हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਅਗਲਾ ਨਵਾਂ ਟੌਪਿਕ ਹੈ ਜਿਹੜਾ ਉਹ ਸਟਾਰਟ ਕਰਨ ਜਾ ਰਹੇ ਹਾਂ ਹਿਸਟਰੀ ਦਾ। ਪ੍ਰਾਚੀਨ ਭਾਰਤੀ ਇਤਿਹਾਸ ਹੈ ਜਿਹੜਾ ਉਹ ਸਟਾਰਟ ਕਰਿਆ ਹੋਇਆ। ਟੌਪਿਕ 7 ਹੈ ਅਤੇ ਗੁਪਤ ਸਾਮਰਾਜ ਸੰਬੰਧ ਜਿੰਨੇ ਵੀ MCQ ਪ੍ਰਸ਼ਨ ਉੱਤਰ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ ਇਸ ਤੋਂ ਪਹਿਲਾਂ ਜੋ ਵੀ ਭਾਗ ਤੁਹਾਨੂੰ ਪ੍ਰੋਵਾਈਡ ਕੀਤੇ ਹੈ ਤਾਂ ਉਹਨਾਂ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਸੋ ਜ਼ਰੂਰ ਰੀਡ ਕਰ ਲਿਓ। ਬਾਕੀ ਡੇਲੀ ਕਲਾਸ ਦੀ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਕਰਨਾ ਨਾ ਭੁੱਲਣਾ। ਤਾਂ ਸਟਾਰਟ ਕਰਦੇ ਹਾਂ ਜੀ ਨਵੇਂ ਟੌਪਿਕ ਤੇ ਸੰਬੰਧਿਤ ਨਵੇਂ MCQ ਪ੍ਰਸ਼ਨ ਉੱਤਰ। ਤਾਂ ਪਹਿਲਾ ਪ੍ਰਸ਼ਨ ਹੈ, ਗੁਪਤ ਵੰਸ਼ ਦਾ ਪਹਿਲਾ ਰਾਜਾ ਕੌਣ ਸੀਗਾ? ਸ਼੍ਰੀ ਗੁਪਤ, ਚੰਦਰਗੁਪਤ ਪਹਿਲਾ, ਸਮੁੰਦਰ ਗੁਪਤ ਜਾਂ ਫਿਰ ਘਟੋਤ ਕੱਚ। ਤਾਂ ਗੁਪਤ ਵੰਸ਼ ਹੋਇਆ ਜਿਹੜਾ ਤੇ ਇਹਦਾ ਪਹਿਲਾ ਰਾਜਾ ਸੀ ਜਿਹੜਾ ਉਹ ਸ਼੍ਰੀ ਗੁਪਤ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਸ਼੍ਰੀ ਗੁਪਤ ਤੋਂ ਬਾਅਦ ਗੁਪਤ ਵੰਸ਼ ਦਾ ਸ਼ਾਸਕ ਕਿਹੜਾ ਸੀ? ਸੋ ਪਹਿਲੇ ਤਾਂ ਸ਼੍ਰੀ ਗੁਪਤ ਹੋਏ ਨੇ, ਤਾਂ ਇਸ ਤੋਂ ਬਾਅਦ ਕਿਹੜਾ ਹੋਇਆ? ਸ਼੍ਰੀ ਗੁਪਤ, ਚੰਦਰਗੁਪਤ ਪਹਿਲਾ, ਸਮੁੰਦਰ ਗੁਪਤ ਜਾਂ ਫਿਰ ਘਟੋਤ ਕੱਚ। ਤਾਂ ਸ਼੍ਰੀ ਗੁਪਤ ਤੋਂ ਬਾਅਦ ਗੁਪਤ ਵੰਸ਼ ਦਾ ਜਿਹੜਾ ਅਗਲਾ ਸ਼ਾਸਕ ਸੀਗਾ ਉਹ ਘਟੋਤ ਕੱਚ ਸੀਗਾ। ਪਹਿਲਾ ਸ਼੍ਰੀ ਗੁਪਤ ਹੋਇਆ ਗੁਪਤ ਵੰਸ਼ ਦਾ ਤੇ ਅਗਲਾ ਘਟੋਤ ਕੱਚ ਜਿਹੜਾ ਇਹ ਸ਼ਾਸਕ ਬਣਿਆ ਸੀਗਾ, ਯਾਨੀ ਕਿ ਦੂਸਰਾ ਸ਼ਾਸਕ। ਅਗਲਾ ਪ੍ਰਸ਼ਨ ਹੈ, ਮਹਾਰਾਜ ਦੀ ਉਪਾਧੀ ਧਾਰਨ ਕਰਨ ਵਾਲੇ ਗੁਪਤ ਸ਼ਾਸਕਾਂ ਦੇ ਨਾਮ ਦੱਸਣੇ ਹੈ। ਕਿਹੜੇ ਕਿਹੜੇ ਨੇ ਜਿਨ੍ਹਾਂ ਨੇ ਮਹਾਰਾਜ ਦੀ ਉਪਾਧੀ ਹੈ ਜਿਹੜੀ ਧਾਰਨ ਕੀਤੀ ਸੀ? ਸ਼੍ਰੀ ਗੁਪਤ, ਚੰਦਰਗੁਪਤ ਪਹਿਲਾ, ਘਟੋਤ ਕੱਚ ਜਾਂ ਫਿਰ ਊੜਾ ਅਤੇ ਈੜੀ। ਤਾਂ ਇਹ ਸ਼ਾਸਕ ਹੋਏ ਨੇ ਗੁਪਤ ਸ਼ਾਸਕ ਜਿਨ੍ਹਾਂ ਨੇ ਮਹਾਰਾਜ ਦੀ ਉਪਾਧੀ ਹੈ ਜਿਹੜੀ ਧਾਰਨ ਕੀਤੀ ਸੀ। ਤਾਂ ਇੱਕ ਤਾਂ ਸ਼੍ਰੀ ਗੁਪਤ ਸੀਗਾ ਜੋ ਪਹਿਲਾ ਗੁਪਤ ਵੰਸ਼ ਦਾ ਸ਼ਾਸਕ ਹੋਇਆ, ਅਤੇ ਦੂਸਰਾ ਘਟੋਤ ਕੱਚ ਸੀ ਜਿਹੜਾ ਦੂਸਰਾ ਯਾਨੀ ਕਿ ਸ਼੍ਰੀ ਗੁਪਤ ਤੋਂ ਬਾਅਦ ਅਗਲਾ ਸ਼ਾਸਕ ਹੋਇਆ। ਤਾਂ ਆਪਸ਼ਨ ਊੜਾ ਅਤੇ ਈੜੀ ਸਾਡਾ ਰਾਈਟ ਆਨਸਰ ਬਣੇਗਾ। ਸੱਸਾ ਆਪਸ਼ਨ ਰਾਈਟ ਆਨਸਰ ਬਣਦਾ ਹੈ। ਤਾਂ ਇਹਨਾਂ ਦੋਨੇ ਸ਼ਾਸਕਾਂ ਨੇ ਗੁਪਤ ਸ਼ਾਸਕਾਂ ਨੇ ਜਿਹੜਾ ਮਹਾਰਾਜ ਦੀ ਉਪਾਧੀ ਜਿਹੜੀ ਧਾਰਨ ਕੀਤੀ ਸੀ। ਅਗਲਾ ਪ੍ਰਸ਼ਨ ਹੈ, ਗੁਪਤ ਸ਼ਾਸਕਾਂ ਸ਼੍ਰੀ ਗੁਪਤ ਅਤੇ ਘਟੋਤ ਕੱਚ ਨੇ ਕਿਹੜੀ ਉਪਾਧੀ ਹੈ ਜਿਹੜੀ ਧਾਰਨ ਕੀਤੀ ਸੀ? ਮਹਾਰਾਜਾ, ਮਹਾਰਾਜਾ ਧਿਰਾਜ, ਵਿਕਰਮ ਰਾਮ ਦਿੱਤਿਆ ਜਾਂ ਕੋਈ ਨਹੀਂ। ਤਾਂ ਤੁਹਾਨੂੰ ਆਨਸਰ ਪਤਾ ਲੱਗ ਗਿਆ ਹੋਵੇਗਾ। ਦੋ ਟਿੱਕਾਂ ਨੇ, ਆਪਸ਼ਨਾਂ ਜਿਹੜੀਆਂ ਕਨਫਿਊਜ਼ ਕਰਨ ਵਾਲੀਆਂ ਨੇ। ਮਹਾਰਾਜ ਦੀ ਉਪਾਧੀ ਧਾਰਨ ਕੀਤੀ ਸੀ ਆਪਾਂ ਪੜ੍ਹ ਲਿਆ, ਪਰ ਉਪਾਧੀ ਕਿਹੜੀ ਸੀ, ਕੀ ਨਾਮ ਸੀ? ਮਹਾਰਾਜਾ ਧਿਰਾਜ ਸੀ ਜਾਂ ਫਿਰ ਮਹਾਰਾਜਾ ਦੀ? ਤਾਂ ਇਹ ਉਪਾਧੀ ਸੀ ਮਹਾਰਾਜਾ ਦੀ। ਗੁਪਤ ਸ਼ਾਸਕਾਂ ਸ਼੍ਰੀ ਗੁਪਤ ਅਤੇ ਘਟੋਤ ਕੱਚ ਨੇ ਮਹਾਰਾਜਾ ਰਾਜਾ ਦੀ ਜਿਹੜੀ ਜਾਂ ਮਹਾਰਾਜ ਜਾਂ ਮਹਾਰਾਜਾ ਇਹਦੀ ਉਪਾਧੀ ਹੈ ਜਿਹੜੀ ਇਹ ਧਾਰਨ ਕੀਤੀ ਸੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਸੋ ਚਲਦੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਘਟੋਤ ਕੱਚ ਤੋਂ ਬਾਅਦ ਕੌਣ ਗੁਪਤ ਸ਼ਾਸਕ ਹੈ ਜਿਹੜਾ ਬਣਿਆ ਸੀ? ਯਾਨੀ ਕਿ ਤੀਸਰਾ, ਪਹਿਲਾ ਸ਼੍ਰੀ ਗੁਪਤ ਆ ਗਿਆ, ਦੂਸਰਾ ਘਟੋਤ ਕੱਚ ਆ ਗਿਆ, ਤਾਂ ਤੀਜਾ ਗੁਪਤ ਸ਼ਾਸਕ ਹੈ ਜਿਹੜਾ ਕੌਣ ਬਣਿਆ ਸੀ? ਚੰਦਰਗੁਪਤ ਪਹਿਲਾ, ਸਮੁੰਦਰ ਗੁਪਤ, ਰਾਮ ਗੁਪਤ ਜਾਂ ਫਿਰ ਦੇਵ ਗੁਪਤ। ਤਾਂ ਘਟੋਤ ਕੱਚ ਤੋਂ ਬਾਅਦ ਅਗਲਾ ਜਿਹੜਾ ਗੁਪਤ ਸ਼ਾਸਕ ਸੀਗਾ ਉਹ ਚੰਦਰਗੁਪਤ ਪਹਿਲਾ ਬਣਿਆ ਸੀ, ਤੀਸਰਾ ਗੁਪਤ ਸ਼ਾਸਕ ਆਪਾਂ ਕਹਿ ਸਕਦੇ ਹਾਂ। ਸੋ ਗੁਪਤ ਸਾਮਰਾਜ ਹੀ ਆਪਣਾ ਟੌਪਿਕ ਹੈ ਜਿਹੜਾ ਇਹ। ਤਾਂ ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਗੁਪਤ ਵੰਸ਼ ਦਾ ਵਾਸਤਵਿਕ ਮੋਢੀ ਕੌਣ ਸੀ? ਚੰਦਰਗੁਪਤ ਪਹਿਲਾ, ਸਮੁੰਦਰ ਗੁਪਤ, ਰਾਮ ਗੁਪਤ ਜਾਂ ਫਿਰ ਦੇਵ ਗੁਪਤ। ਵਾਸਤਵਿਕ ਮੋਢੀ ਜਿਹੜਾ ਗੁਪਤ ਵੰਸ਼ ਦਾ ਉਹ ਚੰਦਰਗੁਪਤ ਪਹਿਲਾ ਸੀ ਜਿਹੜਾ ਤੀਸਰਾ ਗੁਪਤ ਸ਼ਾਸਕ ਬਣਿਆ ਸੀਗਾ। ਸੋ ਅਸਲੀ ਸ਼ਾਸਕ ਆਪਾਂ ਕਹਿ ਸਕਦੇ ਹਾਂ। ਅਗਲਾ ਪ੍ਰਸ਼ਨ ਹੈ, ਮਹਾਰਾਜਾ ਧਿਰਾਜ ਦੀ ਉਪਾਧੀ ਕਿਸ ਸ਼ਾਸਕ ਨੇ ਧਾਰਨ ਕੀਤੀ ਸੀ? ਸੋ ਮਹਾਰਾਜਾ ਦੀ ਜਾਂ ਮਹਾਰਾਜ ਦੀ ਉਪਾਧੀ ਦਾ ਸ਼੍ਰੀ ਗੁਪਤ ਅਤੇ ਘਟੋਤ ਕੱਚ ਨੇ ਧਾਰਨ ਕੀਤੀ ਸੀ। ਅਤੇ ਹੁਣ ਇੱਥੇ ਮਹਾਰਾਜਾ ਧਿਰਾਜ ਇਹ ਪੁੱਛਿਆ ਗਿਆ। ਚੰਦਰਗੁਪਤ ਪਹਿਲਾ, ਸਮੁੰਦਰ ਗੁਪਤ, ਰਾਮ ਗੁਪਤ ਜਾਂ ਫਿਰ ਦੇਵ ਗੁਪਤ। ਤਾਂ ਮਹਾਰਾਜਾ ਧਿਰਾਜ ਦੀ ਉਪਾਧੀ ਹੈ ਜਿਹੜੀ ਇਹ ਚੰਦਰਗੁਪਤ ਪਹਿਲੇ ਨੇ ਧਾਰਨ ਕੀਤੀ ਸੀ ਜੋ ਤੀਸਰਾ ਗੁਪਤ ਵੰਸ਼ ਦਾ ਸ਼ਾਸਕ ਹੋਇਆ। ਇਸ ਤੋਂ ਇਲਾਵਾ ਮਹਾਰਾਜ ਦੀ ਉਪਾਧੀ ਧਾਰਨ ਕਰਨ ਵਾਲੇ ਸ਼੍ਰੀ ਗੁਪਤ ਅਤੇ ਘਟੋਤ ਕੱਚ ਜੋ ਪਹਿਲੇ ਅਤੇ ਦੂਸਰੇ ਗੁਪਤ ਵੰਸ਼ ਦੇ ਸ਼ਾਸਕ ਹੋਏ ਸੀ। ਚੰਦਰਗੁਪਤ ਪਹਿਲੇ ਦਾ ਸ਼ਾਸਨ ਕਾਲ ਕਿੰਨਾ ਸੀ? 320 ਤੋਂ 325, 325 ਤੋਂ 345, 320 ਤੋਂ 335 ਜਾਂ ਫਿਰ 320 ਤੋਂ 340। ਤਾਂ ਚੰਦਰਗੁਪਤ ਪਹਿਲੇ ਦਾ ਸ਼ਾਸਨ ਕਾਲ ਸੀ ਜਿਹੜਾ
320 ਤੋਂ 335 ਸੀ। ਜੋ ਤੀਸਰਾ ਗੁਪਤ ਵੰਸ਼ ਦਾ ਜਿਹੜਾ ਸ਼ਾਸਕ ਬਣੇ ਸੀ ਚੰਦਰਗੁਪਤ ਪਹਿਲਾ। ਅਗਲਾ ਪ੍ਰਸ਼ਨ ਹੈ, ਗੁਪਤ ਕਾਲ ਦੀ ਸ਼ੁਰੂਆਤ ਦਾ ਵਾਸਤਵਿਕ ਸਮਾਂ ਕਿੰਨਾ ਮੰਨਿਆ ਜਾਂਦਾ ਹੈ? 330 AD, 340, 320 ਜਾਂ ਫਿਰ 310। ਤਾਂ ਗੁਪਤ ਕਾਲ ਦੀ ਸ਼ੁਰੂਆਤ ਦਾ ਜਿਹੜਾ ਵਾਸਤਵਿਕ ਸਮਾਂ ਹੈ, ਕਦੋਂ ਇਸ ਦੀ ਜਿਹੜੀ ਸ਼ੁਰੂਆਤ ਹੋਈ ਸੀ ਗੁਪਤ ਸਾਮਰਾਜ ਦੀ, ਤਾਂ 320 AD ਹੈ ਜਿਹੜਾ ਇਹ ਮੰਨਿਆ ਜਾਂਦਾ ਹੈ, ਕਿਉਂਕਿ ਇਸ ਸਮੇਂ ਜਿਹੜਾ ਤੀਸਰਾ ਸ਼ਾਸਕ ਹੋਇਆ ਚੰਦਰਗੁਪਤ ਪਹਿਲਾ, ਇਸ ਨੂੰ ਹੀ ਵਾਸਤਵਿਕ ਮੋਢੀ ਹੈ ਜਿਹੜਾ ਮੰਨਿਆ ਜਾਂਦਾ ਹੈ। ਸੋ ਇਹਦਾ ਸ਼ਾਸਨ ਕਾਲ ਵੀ ਹੈ ਜਿਹੜਾ 320 ਤੋਂ 335 ਹੈ। ਸੋ ਆਪਾਂ ਇਹ ਸਮਝ ਸਕਦੇ ਹਾਂ ਕਿ ਇਸ ਤੋਂ ਪਹਿਲਾਂ ਦੋ ਸ਼ਾਸਕ ਹੋਏ ਹੈ, ਤਾਂ ਉਹਨਾਂ ਨੇ ਆਪਣੇ ਸਾਮਰਾਜ ਦਾ ਵਿਕਾਸ ਜਿਹੜਾ ਨਹੀਂ ਕੀਤਾ ਸੀ, ਯਾਨੀ ਕਿ ਅਸਫਲ ਨਹੀਂ ਰਹੇ ਸੀ, ਘੱਟ ਸਫਲ ਸੀਗੇ ਉਹ। ਪਰ ਚੰਦਰਗੁਪਤ ਪਹਿਲਾ, ਸੋ ਇਸ ਨੂੰ ਹੈ ਜਿਹੜਾ ਵਾਸਤਵਿਕ ਮੋਢੀ ਮੰਨਿਆ ਜਾਂਦਾ ਹੈ, ਅਤੇ ਇਸ ਤੋਂ ਹੀ ਜਿਹੜੀ ਗੁਪਤ ਕਾਲ ਦੀ ਸ਼ੁਰੂਆਤ ਦਾ ਸਮਾਂ ਜਿਹੜਾ ਮੰਨਿਆ ਜਾਂਦਾ, ਯਾਨੀ ਕਿ ਵਿਸਤਾਰ ਹੋਣਾ ਸਟਾਰਟ ਹੋ ਗਿਆ ਸੀ। ਚੰਦਰਗੁਪਤ ਪਹਿਲੇ ਨੇ ਲਿਛਵੀ ਵੰਸ਼ ਦੀ ਕਿਸ ਰਾਜਕੁਮਾਰੀ ਨਾਲ ਵਿਆਹ ਕਰਵਾਇਆ ਸੀ? ਕੁਮਾਰ ਦੇਵੀ, ਵਿਸ਼ਵਾਮਿੱਤਰ, ਗਾਰਗੀ ਜਾਂ ਮੈਤਰੇਈ। ਤਾਂ ਚੰਦਰਗੁਪਤ ਪਹਿਲੇ ਨੇ ਜੋ ਲਿਛਵੀ ਵੰਸ਼ ਦੀ ਰਾਜਕੁਮਾਰੀ ਸੀ, ਤਾਂ ਕੁਮਾਰ ਦੇਵੀ ਨਾਲ ਹੈ ਜਿਹੜਾ ਵਿਆਹ ਕਰਵਾਇਆ ਸੀ। ਅਗਲਾ ਪ੍ਰਸ਼ਨ ਹੈ, ਚੰਦਰਗੁਪਤ ਪਹਿਲੇ ਨੂੰ ਕੁਮਾਰ ਦੇਵੀ ਨਾਲ ਵਿਆਹ ਕਰਵਾ ਕੇ ਕਿਹੜਾ ਰਾਜ ਸੀ ਜਿਹੜਾ ਦਾਜ ਵਿੱਚ ਮਿਲਿਆ ਸੀ? ਮਗਧ, ਪਾਟਲੀਪੁੱਤਰ, ਵੈਸ਼ਾਲੀ ਜਾਂ ਫਿਰ ਕਨੌਜ। ਤਾਂ ਇਹ ਰਾਜ ਸੀਗਾ ਜੀ ਪਾਟਲੀਪੁੱਤਰ, ਜਿਹਨੂੰ ਦਾਜ ਵਿੱਚ ਮਿਲਿਆ ਸੀ ਚੰਦਰਗੁਪਤ ਪਹਿਲੇ ਨੂੰ, ਜੋ ਗੁਪਤ ਵੰਸ਼ ਦਾ ਤੀਸਰਾ ਸ਼ਾਸਕ ਹੋਇਆ, ਅਤੇ ਕੁਮਾਰ ਦੇਵੀ ਨਾਲ ਇਹਨਾਂ ਦਾ ਵਿਆਹ ਹੋਇਆ ਸੀ, ਅਤੇ ਦਾਜ ਦੇ ਵਿੱਚ ਇਹ ਰਾਜ ਜਿਹੜਾ ਪਾਟਲੀਪੁੱਤਰ ਹੈ ਚੰਦਰਗੁਪਤ ਪਹਿਲੇ ਨੂੰ ਮਿਲਿਆ ਸੀ। ਗੁਪਤ ਸੰਮਤ ਦੀ ਸ਼ੁਰੂਆਤ ਕਦੋਂ ਹੋਈ ਸੀ? 57 AD, 78 AD, 319 AD ਜਾਂ 600 AD। ਤਾਂ ਗੁਪਤ ਸੰਮਤ ਦੀ ਸ਼ੁਰੂਆਤ ਹੈ ਜਿਹੜੀ 319 AD ਦੇ ਵਿੱਚ ਹੋਈ ਸੀ। 320, 319 ਵੀ, ਸੋ ਇਹ ਆਪਸ਼ਨ ਨਾਲ ਕਦੀ ਆਪਸ਼ਨ AD ਡਿਫਰੈਂਟ ਜੀ ਹੋ ਜਾਂਦੀ ਹੈ, ਤਾਂ 319 ਪਾ ਦਿੱਤਾ ਜਾਂ 320। ਸੋ 319, 320 ਗੁਪਤ ਸਾਮਤ ਦੀ ਜਿਹੜੀ ਸ਼ੁਰੂਆਤ ਹੈ ਉਹ ਹੋਈ ਸੀ। ਆਪਸ਼ਨ AD ਸਾਡਾ ਰਾਈਟ ਆਨਸਰ ਬਣੇਗਾ। ਲਿਛਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਸੰਬੰਧ ਕਾਇਮ ਕਰਨ ਵਾਲੇ ਗੁਪਤ ਸ਼ਾਸਕ ਦਾ ਕੀ ਨਾਮ ਸੀ? ਸੋ ਆਨਸਰ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ, ਆਪਾਂ ਉੱਪਰ ਹੁਣੇ ਕੁਐਸਚਨ ਕਰਕੇ ਆਏ ਹਾਂ। ਚੰਦਰਗੁਪਤ ਪਹਿਲਾ, ਦੂਜਾ, ਸਮੁੰਦਰਗੁਪਤ ਜਾਂ ਫਿਰ ਸਕੰਦਗੁਪਤ। ਤਾਂ ਲਿਛਵੀ ਵੰਸ਼ ਦੀ ਰਾਜਕੁਮਾਰੀ ਨਾਲ ਵਿਆਹ ਕਰਨ ਵਾਲਾ ਜਿਹੜਾ ਗੁਪਤ ਸ਼ਾਸਕ ਸੀ ਚੰਦਰਗੁਪਤ ਪਹਿਲਾ ਸੀ, ਅਤੇ ਇਹਨੂੰ ਦਾਜ ਦੇ ਵਿੱਚ ਜਿਹੜਾ ਪਾਟਲੀਪੁੱਤਰ ਰਾਜ ਮਿਲਿਆ ਸੀ। ਅਗਲਾ ਪ੍ਰਸ਼ਨ ਹੈ, ਲਿਛਵੀ ਦੋਹਤਰਾ ਕਿਸ ਗੁਪਤ ਸ਼ਾਸਕ ਨੂੰ ਕਿਹਾ ਜਾਂਦਾ ਹੈ? ਚੰਦਰਗੁਪਤ ਪਹਿਲੇ ਨੂੰ, ਚੰਦਰਗੁਪਤ ਦੂਜੇ ਨੂੰ, ਸਮੁੰਦਰਗੁਪਤ ਨੂੰ ਜਾਂ ਫਿਰ ਸਕੰਦਗੁਪਤ ਨੂੰ। ਤਾਂ ਲਿਛਵੀ ਦੋਹਤਰਾ ਜਿਹੜਾ ਸਮੁੰਦਰਗੁਪਤ ਨੂੰ ਕਿਹਾ ਜਾਂਦਾ ਹੈ, ਇਸ ਗੁਪਤ ਸ਼ਾਸਕ ਨੂੰ ਕਿਹਾ ਜਾਂਦਾ ਹੈ ਲਿਛਵੀ ਦੋਹਤਰਾ। ਸੋ ਜ਼ਰੂਰ ਕੁਐਸਚਨ ਧਿਆਨ 'ਚ ਰੱਖੋ, ਇਸ ਤਰ੍ਹਾਂ ਦਾ ਕੁਐਸਚਨ ਜ਼ਰੂਰ ਪਾ ਦਿੱਤਾ ਜਾਂਦਾ ਹੈ। ਤਾਂ ਇਹਦਾ ਆਨਸਰ ਆਏਗਾ ਜੀ ਸਮੁੰਦਰਗੁਪਤ, ਜਿਹਨੂੰ ਲਿਛਵੀ ਦੋਹਤਰਾ ਜਿਹੜਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਇਤਿਹਾਸਕਾਰ VA ਸਮਿਥ ਨੇ ਗੁਪਤ ਸ਼ਾਸਕ ਸਮੁੰਦਰਗੁਪਤ ਦੀ ਤੁਲਨਾ ਕਿਸ ਨਾਲ ਕੀਤੀ ਹੈ? ਹਿਟਲਰ ਨਾਲ, ਮੈਜ਼ਨੀ ਨਾਲ, ਲੈਨਿਨ ਨਾਲ ਜਾਂ ਫਿਰ ਨਪੋਲੀਅਨ ਨਾਲ। ਤਾਂ ਪ੍ਰਸਿੱਧ ਇਤਿਹਾਸਕਾਰ ਹੋਏ ਨੇ VA ਸਮਿਥ। ਤਾਂ ਇਹਨਾਂ ਨੇ ਗੁਪਤ ਸ਼ਾਸਕ ਹੋਇਆ ਜਿਹੜਾ ਸਮੁੰਦਰਗੁਪਤ, ਇਹਦੀ ਤੁਲਨਾ ਜਿਹੜੀ ਨਪੋਲੀਅਨ ਨਾਲ ਕੀਤੀ ਜਾਂਦੀ ਹੈ। ਅਕਸਰ ਆਪਾਂ ਐਗਜ਼ਾਮ ਦੇ ਵਿੱਚ ਕੁਐਸਚਨ ਜ਼ਰੂਰ ਤੁਸੀਂ ਵੀ ਪੜ੍ਹਿਆ ਹੋਣਾ, ਭਾਰਤ ਦਾ ਨਪੋਲੀਅਨ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਸਮੁੰਦਰਗੁਪਤ ਨੂੰ। ਤਾਂ ਇਹਦੀ ਨਾਲ ਤੁਲਨਾ ਕਰਨ ਵਾਲੇ ਜਿਹੜੇ ਇਤਿਹਾਸਕਾਰ ਨੇ VA ਸਮਿਥ ਹੈ। ਸੋ ਇਹ ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ, ਗੁਪਤ ਸ਼ਾਸਕ ਸਮੁੰਦਰਗੁਪਤ ਨੂੰ ਭਾਰਤ ਦਾ ਨਪੋਲੀਅਨ ਕਿਹਾ ਜਾਂਦਾ ਹੈ, ਅਤੇ ਸਮੁੰਦਰਗੁਪਤ ਜਿਹੜੀ ਤੁਲਨਾ ਹੈ ਕਿਸ ਨੇ ਕੀਤੀ ਸੀ, ਕਿਹੜੇ ਇਤਿਹਾਸਕਾਰ ਨੇ ਕੀਤੀ ਸੀ, ਉਲਟਾ ਕਰਕੇ ਵੀ ਪੁੱਛਿਆ ਜਾ ਸਕਦਾ ਹੈ। ਤਾਂ ਇਤਿਹਾਸਕਾਰ ਦਾ ਨਾਮ ਵੀ ਜ਼ਰੂਰ ਯਾਦ ਰੱਖਿਓ। VA ਸਮਿਥ ਨੇ ਤੁਲਨਾ ਕੀਤੀ ਸੀ ਸਮੁੰਦਰਗੁਪਤ ਦੀ ਨਪੋਲੀਅਨ ਦੇ ਨਾਲ। ਤਾਂ ਆਪਸ਼ਨ ਸੱਸਾ ਸਾਡਾ ਰਾਈਟ ਆਨਸਰ ਆਏਗਾ। ਸਮੁੰਦਰਗੁਪਤ ਦਾ ਸ਼ਾਸਨ ਕਾਲ ਕਿੰਨਾ ਸੀ?
320 ਤੋਂ 35, 335 ਤੋਂ 340, 335 ਤੋਂ 375, 335 ਤੋਂ 395। ਤਾਂ ਸਮੁੰਦਰਗੁਪਤ ਦਾ ਸ਼ਾਸਨ ਕਾਲ ਸੀ ਜਿਹੜਾ 335 ਤੋਂ 375 ਸੀ, ਯਾਨੀ ਕਿ ਅਗਲਾ ਜਿਹੜਾ ਸ਼ਾਸਕ ਹੋਇਆ ਸੀ ਸਮੁੰਦਰਗੁਪਤ ਹੋਇਆ ਸੀਗਾ। ਤਾਂ ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਗੁਪਤ ਸ਼ਾਸਕ ਨੂੰ ਮਹਾਨ ਸੰਗੀਤਕਾਰ ਵੀਣਾ ਦਾ ਪਲੇਅਰ ਕਿਹਾ ਜਾਂਦਾ ਹੈ? ਸਕੰਦਗੁਪਤ ਨੂੰ, ਰਾਮਗੁਪਤ ਨੂੰ, ਸਮੁੰਦਰਗੁਪਤ ਨੂੰ ਜਾਂ ਫਿਰ ਸ਼੍ਰੀਗੁਪਤ ਨੂੰ? ਤਾਂ ਮਹਾਨ ਸੰਗੀਤਕਾਰ ਜਾਂ ਵੀਣਾ ਦਾ ਪਲੇਅਰ ਜਿਹੜਾ ਗੁਪਤ ਸ਼ਾਸਕ ਹੈ ਉਹ ਸਮੁੰਦਰਗੁਪਤ ਨੂੰ ਕਿਹਾ ਜਾਂਦਾ ਹੈ। ਜਾਂ ਇਹ ਵੀ ਸਿੱਕਿਆਂ 'ਤੇ ਵੀਣਾ ਵਜਾਉਣ ਦੇ ਕਿਸਮ ਦਿਖਾਇਆ ਗਿਆ, ਇਹ ਕੁਐਸਚਨ ਵੀ ਆ ਜਾਂਦਾ ਹੈ। ਤਾਂ ਸਮੁੰਦਰਗੁਪਤ, ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਪ੍ਰਜਾਗ ਪ੍ਰਸ਼ਸਤੀ ਅਭਿਲੇਖ ਤੋਂ ਗੁਪਤ ਵੰਸ਼ ਦੇ ਕਿਹੜੇ ਰਾਜੇ ਦੇ ਬਾਰੇ ਜਾਣਕਾਰੀ ਜਿਹੜੀ ਮਿਲਦੀ ਹੈ? ਸੋ ਇਹ ਵੀ ਪੁੱਛਿਆ ਜਾਂਦਾ ਪ੍ਰਯਾਗ ਪ੍ਰਸ਼ਸਤੀ ਕੀ ਹੈ? ਤਾਂ ਇਹ ਇੱਕ ਅਭਿਲੇਖ ਹੈ ਅਤੇ ਇਸ ਅਭਿਲੇਖ ਤੋਂ ਕਿਹੜੇ ਗੁਪਤ ਵੰਸ਼ ਦੇ ਰਾਜੇ ਬਾਰੇ ਹੈ ਜਿਹੜੀ ਜਾਣਕਾਰੀ ਮਿਲਦੀ ਹੈ? ਸਕੰਦਗੁਪਤ, ਕੁਮਾਰਗੁਪਤ, ਸਮੁੰਦਰਗੁਪਤ ਜਾਂ ਫਿਰ ਚੰਦਰਗੁਪਤ ਪਹਿਲਾ? ਤਾਂ ਇਹ ਰਾਜਾ ਹੈ ਜੀ ਸਮੁੰਦਰਗੁਪਤ, ਆਪਸ਼ਨ ਈ ਡੀ। ਪ੍ਰਜਾਗ ਪ੍ਰਸ਼ਸਤੀ ਅਭਿਲੇਖ ਤੋਂ ਸਮੁੰਦਰਗੁਪਤ ਜੋ ਗੁਪਤ ਵੰਸ਼ ਦਾ ਰਾਜਾ ਹੈ ਇਸ ਬਾਰੇ ਜਾਣਕਾਰੀ ਮਿਲਦੀ ਹੈ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਸ਼੍ਰੀਲੰਕਾ ਦੇ ਰਾਜੇ ਮੇਘਵਰਮਨ ਜਾਂ ਮੇਘਵਰਮਨ ਨੇ ਬੋਧਗਯਾ ਦੇ ਵਿੱਚ ਮੱਠ ਬਣਾਉਣ ਦੀ ਆਗਿਆ ਕਿਸ ਗੁਪਤ ਸ਼ਾਸਕ ਤੋਂ ਲਈ ਸੀ? ਤਾਂ ਇਹ 'ਚ ਵੀ ਕਈ ਕੁਐਸਚਨ ਨਿਕਲਦੇ ਹੈ। ਸ਼੍ਰੀਲੰਕਾ ਦਾ ਰਾਜਾ ਕੌਣ ਹੈ? ਮੇਘਵਰਮਨ। ਬੋਧਗਯਾ ਦੇ ਵਿੱਚ ਮੱਠ ਬਣਾਉਣ ਦੀ ਆਗਿਆ ਕਿਹੜੇ ਗੁਪਤ ਸ਼ਾਸਕ ਤੋਂ ਲਈ ਸੀ ਇਸਨੇ? ਸਕੰਦਗੁਪਤ, ਕੁਮਾਰਗੁਪਤ, ਸਮੁੰਦਰਗੁਪਤ ਜਾਂ ਫਿਰ ਚੰਦਰਗੁਪਤ ਪਹਿਲੇ ਤੋਂ? ਤਾਂ ਇਹ ਆਗਿਆ ਜਿਹੜੀ ਸਮੁੰਦਰਗੁਪਤ ਤੋਂ ਲਈ ਸੀ ਰਾਜੇ ਮੇਘਵਰਮਨ ਨੇ ਜੋ ਸ਼੍ਰੀਲੰਕਾ ਦਾ ਰਾਜਾ ਸੀ, ਅਤੇ ਬੋਧਗਯਾ ਸਥਾਨ ਦੇ ਵਿੱਚ ਮੱਠ ਬਣਾਉਣ ਲਈ ਪ੍ਰਵਾਨਗੀ ਮਨਜ਼ੂਰੀ ਲਈ ਸੀ ਸਮੁੰਦਰਗੁਪਤ ਤੋਂ। ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਪਰਮ ਭਾਗਵਤ ਦੀ ਉਪਾਧੀ ਧਾਰਨ ਕਰਨ ਵਾਲੇ ਪਹਿਲੇ ਗੁਪਤ ਸ਼ਾਸਕ ਦਾ ਨਾਮ ਦੱਸੋ, ਜਿਸ ਨੇ ਪਰਮ ਭਾਗਵਤ ਦੀ ਉਪਾਧੀ ਧਾਰਨ ਕੀਤੀ ਸੀ? ਸੋ ਪਹਿਲਾ ਗੁਪਤ ਸ਼ਾਸਕ ਕਿਹੜਾ ਹੋਇਆ? ਚੰਦਰਗੁਪਤ ਦੂਜਾ, ਰਾਮਗੁਪਤ, ਸਮੁੰਦਰਗੁਪਤ ਜਾਂ ਫਿਰ ਚੰਦਰਗੁਪਤ ਪਹਿਲਾ? ਤਾਂ ਇੱਥੇ ਇਹ ਨਾ ਤੁਸੀਂ ਉਹ ਕਰ ਲਿਓ ਕਿ ਪਹਿਲਾ ਗੁਪਤ ਸ਼ਾਸਕ ਹੀ ਆਏਗਾ, ਯਾਨੀ ਕਿ ਪਹਿਲਾ ਗੁਪਤ ਸ਼ਾਸਕ ਤਾਂ ਸ਼੍ਰੀਗੁਪਤ ਹੋਇਆ, ਤਾਂ ਉਹ ਪਹਿਲਾਂ ਨਹੀਂ ਪੁੱਛਿਆ ਇਹਨਾਂ ਨੇ ਜਿਸ ਨੇ ਇਹ ਉਪਾਧੀ ਧਾਰਨ ਕੀਤੀ ਸੀ ਉਹਨਾਂ ਤਿੰਨਾਂ ਚਾਰਾਂ ਦੇ ਵਿੱਚੋਂ। ਤਾਂ ਇਹ ਪੁੱਛਿਆ, ਤਾਂ ਇਹ ਸ਼ਾਸਕ ਹੋਇਆ ਜੀ ਸਮੁੰਦਰਗੁਪਤ, ਜਿਹਨੇ ਪਰਮ ਭਾਗਵਤ ਦੀ ਉਪਾਧੀ ਧਾਰਨ ਕੀਤੀ ਸੀ ਅਤੇ ਹੁਣ ਤੱਕ ਦੇ ਹੋਏ ਸ਼ਾਸਕਾਂ ਦੇ ਵਿੱਚੋਂ ਪਹਿਲਾ ਸ਼ਾਸਕ ਸੀ ਜਿਸ ਨੇ ਇਹ ਉਪਾਧੀ ਹੈ ਜਿਹੜੀ ਧਾਰਨ ਕੀਤੀ ਸੀ। ਤਾਂ ਆਪਸ਼ਨ ਈ ਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਕਿਸ ਗੁਪਤ ਸ਼ਾਸਕ ਨੇ ਦੱਖਣੀ ਭਾਰਤ ਦੇ 12 ਰਾਜਿਆਂ ਉੱਤੇ ਜਿੱਤ ਪ੍ਰਾਪਤ ਕੀਤੀ ਸੀ? ਚੰਦਰਗੁਪਤ ਦੂਜਾ, ਰਾਮਗੁਪਤ, ਸਮੁੰਦਰਗੁਪਤ ਜਾਂ ਫਿਰ ਚੰਦਰਗੁਪਤ ਪਹਿਲੇ ਨੇ? ਤਾਂ ਉਹ ਸ਼ਾਸਕ ਸੀਗਾ ਜੀ ਸਮੁੰਦਰਗੁਪਤ, ਜਿਹਨੇ ਦੱਖਣੀ ਭਾਰਤ ਦੇ 12 ਰਾਜਿਆਂ ਉੱਤੇ ਜਿੱਤ ਹੈ ਜਿਹੜੀ ਪ੍ਰਾਪਤ ਕੀਤੀ ਸੀ। ਸਮੁੰਦਰਗੁਪਤ ਨੇ ਉੱਤਰੀ ਭਾਰਤ ਦੇ ਕਿੰਨੇ ਰਾਜਿਆਂ ਨੂੰ ਹਰਾਇਆ ਸੀ? ਤਾਂ ਇੱਥੇ ਦੱਖਣੀ ਭਾਰਤ ਸੀ, ਤਾਂ ਇੱਥੇ ਉੱਤਰੀ ਭਾਰਤ ਹੈ। 9, 11, 13 ਜਾਂ ਫਿਰ 15? ਤਾਂ ਸਮੁੰਦਰਗੁਪਤ ਨੇ ਉੱਤਰੀ ਭਾਰਤ ਦੇ 9 ਰਾਜਿਆਂ ਨੂੰ ਹਰਾਇਆ ਸੀ ਅਤੇ ਦੱਖਣੀ ਭਾਰਤ ਦੇ 12 ਰਾਜਿਆਂ ਨੂੰ ਹਰਾਇਆ ਸੀ, ਇਹਨਾਂ 'ਤੇ ਜਿੱਤ ਪ੍ਰਾਪਤ ਕੀਤੀ ਸੀ। ਸੋ 9, 12 ਤਾਂ ਉੱਤਰੀ ਪੁੱਛਿਆ ਗਿਆ ਤਾਂ 9, ਦੱਖਣੀ ਭਾਰਤ ਪੁੱਛਿਆ ਗਿਆ ਤਾਂ 12। ਅਗਲਾ ਪ੍ਰਸ਼ਨ ਹੈ ਸਮੁੰਦਰਗੁਪਤ ਨੂੰ ਭਾਰਤ ਦਾ ਨਪੋਲੀਅਨ ਦਾ ਦਰਜਾ ਕਿਸ ਇਤਿਹਾਸਕਾਰ ਨੇ ਦਿੱਤਾ ਸੀ? ਸੋ ਪਹਿਲਾਂ ਤੁਹਾਨੂੰ ਦੱਸਿਆ ਸੀਗਾ SN ਸੇਨ, VA ਸਮਿਥ, VD ਸਾਬਰਕਾਰ ਜਾਂ ਹਰੀ ਸੇਨ? ਤਾਂ ਉਸ ਇਤਿਹਾਸਕਾਰ ਦਾ ਨਾਮ ਦੱਸਣਾ ਹੈ। ਸੋ 2 ਕੁਐਸਚਨ ਇਹਨਾਂ 'ਚੋਂ ਕੋਈ ਵੀ ਆ ਸਕਦਾ ਹੈ। ਤਾਂ ਉਹ ਇਤਿਹਾਸਕਾਰ ਹੋਏ ਨੇ VA ਸਮਿਥ, ਜਿਨ੍ਹਾਂ ਨੇ ਸਮੁੰਦਰਗੁਪਤ ਨੂੰ ਜੋ ਗੁਪਤ ਵੰਸ਼ ਦਾ ਸ਼ਾਸਕ ਸੀ ਭਾਰਤੀ ਨਪੋਲੀਅਨ ਦਾ ਦਰਜਾ ਜਿਹੜਾ ਦਿੱਤਾ ਸੀ। VA ਸਮਿਥ, ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ।
ਕਵਿਰਾਜ ਦੀ ਉਪਾਧੀ ਧਾਰਨ ਕਰਨ ਵਾਲੇ ਗੁਪਤ ਸ਼ਾਸਕ ਦਾ ਨਾਮ ਦੱਸੋ। ਜਿਹਨੇ ਕਵਿਰਾਜ ਦੀ ਉਪਾਧੀ ਹੈ ਜਿਹੜੀ ਧਾਰਨ ਕੀਤੀ ਸੀ। ਸੋ ਪਰਮ ਭਾਗਵਤ ਦੀ ਉਪਾਧੀ ਸੀ ਜਿਹੜੀ ਉਹ ਸਮੁੰਦਰਗੁਪਤ ਨੇ ਧਾਰਨ ਕੀਤੀ ਸੀ। ਇਹ ਪਹਿਲਾ ਕੁਐਸਚਨ ਆਇਆ ਸੀ। ਤਾਂ ਕਵਿਰਾਜ ਦੀ ਉਪਾਧੀ ਹੈ ਜਿਹੜੀ ਇਹ ਵੀ ਸਮੁੰਦਰਗੁਪਤ ਨੇ ਹੀ ਧਾਰਨ ਕੀਤੀ ਸੀ। ਇਹ ਦੋਨੋਂ ਉਪਾਧੀਆਂ ਕਵਿਰਾਜ ਅਤੇ ਪਰਮ ਭਾਗਵਤ। ਤਾਂ ਆਪਸ਼ਨ ਆੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਸਮੁੰਦਰਗੁਪਤ ਕਿਸ ਦਾ ਉਪਾਸਕ ਸੀ। ਜਾਣੀ ਕਿ ਕਿਸ ਨੂੰ ਮੰਨਦਾ ਸੀ, ਸ਼ਿਵ, ਬ੍ਰਹਮਾ, ਵਿਸ਼ਨੂੰ ਜਾਂ ਫਿਰ ਹਨੂਮਾਨ ਨੂੰ। ਤਾਂ ਆਨਸਰ ਕਮੈਂਟ ਜ਼ਰੂਰ ਕਰਿਓ। ਤਾਂ ਸਮੁੰਦਰਗੁਪਤ ਵਿਸ਼ਨੂੰ ਦਾ ਉਪਾਸਕ ਸੀਗਾ, ਇਹਨਾਂ ਨੂੰ ਮੰਨਣ ਵਾਲਾ ਸੀਗਾ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਸੋ ਦੋਸਤੋ ਇਹ ਅਗਲੇ ਭਾਗ ਦੇ ਅਗਲੇ ਨਵੇਂ ਟੌਪਿਕ 'ਤੇ ਇਸ ਨਾਲ ਬਣਦੇ ਪ੍ਰਸ਼ਨ ਉੱਤਰ ਨੇ। ਕੰਟੀਨਿਊ ਤੁਹਾਨੂੰ ਵੀਡੀਓ ਨਵੇਂ ਪ੍ਰਸ਼ਨ ਉੱਤਰਾਂ ਅਤੇ ਨਵੇਂ ਟੌਪਿਕ 'ਤੇ ਪ੍ਰੋਵਾਈਡ ਕਰਦੇ ਰਹਾਂਗੇ। ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਆਡੀਅנס ਆਪਣੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜ ਸਕੇ। ਬਾਕੀ ਟੈਲੀਗ੍ਰਾਮ ਗਰੁੱਪ, ਇੰਸਟਾਗ੍ਰਾਮ ਪੇਜ ਜ਼ਰੂਰ ਫੋਲੋ ਕਰ ਲਿਓ। ਲਿੰਕ ਤੁਹਾਨੂੰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਸੋ ਮਿਲਦੇ ਹਾਂ ਜੀ ਅਗਲੇ ਨਵੇਂ ਪ੍ਰਸ਼ਨ ਉੱਤਰਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।